हाँ जी करनैल कौर जी कदों होया ਤੁਹਾਡਾ ਮਿਨੀ ਗੈਸਟ੍ਰਿਕ ਬਾਈਪਾਸ? ਇਹ ਜੀ ਮੇਰਾ 2012 ਚ ਹੋਇਆ 14 ਤਰੀਕ ਨੂੰ 14 ਜੁਲਾਈ। 14 ਜੁਲਾਈ ਸੋ ਇਹ 1.5 ਸਾਲ ਤੋਂ ਥੋੜਾ ਜ਼ਿਆਦਾ ਹੋ ਗਿਆ ਨਾ ਟਾਈਮ? ਹਾਂਜੀ 1.5 ਸਾਲ ਤੋਂ। ਤੇ ਕਿੰਨਾ ਵਜ਼ਨ ਸੀ ਤੁਹਾਡਾ ਪਹਿਲਾਂ? ਮੇਰਾ ਜੀ 1 ਕੁਇੰਟਲ 14 ਕਿਲੋ ਸੀ। ਅੱਛਾ, ਅੱਜ ਕਿੰਨਾ ਹੈਗਾ? ਅੱਜ ਮੇਰਾ 66 ਕਿਲੋ 500 ਗ੍ਰਾਮ। ਅੱਛਾ, ਲਾਸਟ ਟਾਈਮ ਤੁਸੀਂ ਆਏ ਹੋ ਮੇਰੇ ਖਿਆਲ ਜੁਲਾਈ ਤੋਂ ਬਾਅਦ ਆਏ ਸੀਗੇ, ਉਦੋਂ ਵੀ 66 ਕਿਲੋ ਹੀ ਸੀਗਾ। ਉਦੋਂ 66 ਕਿਲੋ ਹੁਣ ਸੀ। ਤਕਰੀਬਨ 66 ਤੇ ਹੀ ਰੁਕਿਆ ਹੋਇਆ ਪਿਛਲੇ 6-7 ਮਹੀਨੇ। 6 ਮਹੀਨੇ ਤੋਂ 66 ਦੇ ਰੁਕਿਆ ਹੈ। ਤੇ ਕਿਵੇਂ ਖੁਰਾਕ ਕਿਵੇਂ ਚੱਲਦੀ ਹੈ? ਇੱਕ ਟਾਈਮ ਤੇ ਕਿੰਨੀਆਂ ਰੋਟੀਆਂ ਖਾ ਲੈਂਦੇ ਤੁਸੀਂ? ਮੈਂ ਜੀ ਸਵੇਰ ਇੱਕ ਫੁਲਕਾ, ਦੁਪਹਿਰੇ ਇੱਕ ਫੁਲਕਾ, ਸ਼ਾਮ ਨੂੰ ਇੱਕ ਫੁਲਕਾ ਜਾਂ 1.5 ਫੁਲਕਾ। ਅੱਛਾ, ਇੱਕ ਫੁਲਕਾ ਖਾ ਕੇ ਤੁਹਾਨੂੰ ਪੇਟ ਭਰ ਜਾਂਦਾ? ਭਰ ਜਾਂਦਾ। ਕਦੇ ਐਂ ਤਾਂ ਨਹੀਂ ਲੱਗਦਾ ਵੀ ਹੋਰ ਖਾਣ ਨੂੰ ਦਿਲ ਕਰਦਾ ਹੈ ਪਰ ਖਾ ਨਹੀਂ ਪਾ ਰਹੇ, ਟਾਈਟ ਫੀਲਿੰਗ ਹੁੰਦੀ ਹੈ? ਦਿਲ ਕਰਦਾ ਹੁੰਦਾ ਕਿ ਬਸ ਫਿਰ ਦਿਲ ਹੀ ਨਹੀਂ ਕਰਦਾ? ਨਹੀਂ, ਦਿਲ ਹੀ ਨਹੀਂ ਕਰਦਾ, ਬਸ ਇੱਕ ਫੁਲਕਾ ਖਾ ਕੇ ਓਕੇ ਹੋ ਜਾਂਦਾ। ਓਕੇ ਹੋ ਜਾਂਦਾ ਜੀ। ਅੱਛਾ, ਤੇ ਪਹਿਲਾਂ ਕਿੰਨੀਆਂ ਰੋਟੀ ਖਾਂਦੇ ਸੀ ਤੁਸੀਂ? ਪਹਿਲਾਂ ਸਵੇਰ 5 ਪਰੌਂਠੇ ਬ੍ਰੇਕਫਾਸਟ ਤੇ। 5 ਪਰੌਂਠੇ ਖਾ ਜਾਂਦੇ ਸੀ? ਹਾਂਜੀ 5 ਪਰੌਂਠੇ, ਹਾਂਜੀ 4-5 ਪਰੌਂਠੇ। ਪਰੌਂਠਾ ਤਾਂ ਫਿਰ ਖਾਂਦੇ ਤਾਂ ਹੁਣ ਵੀ ਹੋਵੋਗੇ ਪਰੌਂਠਾ ਕਿ ਨਹੀਂ? ਨਹੀਂ, ਹੁਣ ਪਰੌਂਠੇ ਖਾਂਦੇ ਜੀ, ਜਿਵੇਂ ਹਲਕੀ ਜਿਹੀ, ਹਾਂ, ਬੇਸਣ ਵਾਲੀ। ਤੇ ਕਦੇ ਉਹਦੇ ਨਾਲ ਫਿਰ ਤਾਂ ਉਲਟੀ ਦੀ ਫੀਲਿੰਗ, ਵੋਮਿਟਿੰਗ ਨਹੀਂ? ਬਿਲਕੁਲ ਨਹੀਂ ਜੀ, ਨਹੀਂ। ਕੋਈ ਵੋਮਿਟ ਕਦੇ ਨਹੀਂ ਆਈ? ਕਦੇ ਨਹੀਂ। ਅੱਛਾ, ਤੇ ਉਦਾਂ ਕਿ ਪਹਿਲਾਂ ਨਾਲੋਂ ਹੁਣ ਦੀ ਜੇ ਤੁਸੀਂ ਲਾਈਫ ਕੰਪੇਅਰ ਕਰੀਏ ਤਾਂ ਕਿੰਨਾ ਫਰਕ ਨਜ਼ਰ ਆਉਂਦਾ? ਲੱਗਦਾ ਜੀ ਜਿਵੇਂ ਦੁਆਰੇ ਜਨਮ ਹੋ ਗਿਆ ਹੁੰਦਾ। ਅੱਛਾ, ਹਾਂ, ਵੀ ਮੈਂ ਇੰਨਾ ਵਧੀਆ ਫੀਲਿੰਗ ਕਰਦੀ ਆਂ ਵੀ ਜਿਵੇਂ ਤੁਰ ਕੇ 3-4 ਕਿਲੋਮੀਟਰ ਲੰਘ ਗਈ। ਅੱਛਾ ਅੱਛਾ। ਮੈਨੂੰ ਰਾਤ ਸੌਣ ਦੀ ਕੋਈ ਪ੍ਰੋਬਲਮ ਨਹੀਂ, ਖਾਣ ਦੀ, ਨਹਾਉਣ ਦੀ, ਮੈਂ ਕੱਪੜੇ ਧੋ ਲੈਂਦੀ ਆ, ਸਾਰਾ ਖਾਣਾ ਆਪ ਤਿਆਰ ਕਰ ਲੈਂਦੀ ਆ, ਮੈਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ। ਅੱਛਾ, ਹਾਂਜੀ, ਵੈਰੀ ਗੁੱਡ। ਤੇ ਸ਼ੂਗਰ ਤਾਂ ਹੈ ਨਹੀਂ ਸੀ ਪਹਿਲਾਂ ਤੁਹਾਨੂੰ? ਨਾ ਸ਼ੂਗਰ ਨਹੀਂ, ਸਿਰਫ ਬੀਪੀ ਮੋਟਾਪਾ ਸੀਗਾ? ਮੋਟਾਪਾ ਸੀ, ਬੀਪੀ ਸੀ, ਖਰਾਟੇ ਸੀ। ਅੱਛਾ ਅੱਛਾ। ਬਾਥਰੂਮ ਵਿੱਚ ਦੀ ਪ੍ਰੋਬਲਮ ਸੀ, ਵਿੱਚ ਨਿਕਲ ਜਾਂਦਾ ਸੀ, ਕੰਟਰੋਲ ਨਹੀਂ ਸੀ ਹੁੰਦਾ, ਕਬਜ਼ੀ ਰਹਿੰਦੀ ਸੀ। ਅੱਛਾ ਅੱਛਾ। ਹੁਣ ਇਹ ਸਾਰਾ ਕੁਝ ਨਹੀਂ। ਖਰਾਟੇ ਬਿਲਕੁਲ ਠੀਕ ਨੇ? ਬਿਲਕੁਲ ਠੀਕ। ਅੱਛਾ, ਤੇ ਜਿਹੜਾ ਬਾਥਰੂਮ ਵਿੱਚ ਨਿਕਲਦਾ ਸੀ ਉਹ ਉਹ ਵੀ ਬਿਲਕੁਲ ਠੀਕ ਠੀਕ ਹੈ? ਹੈ। ਅੱਛਾ। ਸੋ ਇਹ ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਆਪਰੇਸ਼ਨ ਹੈ ਜੀ, ਇਹਦੇ ਵਿੱਚ ਬੇਸਿਕਲੀ ਕੀ ਆ ਵੀ ਆਪਾਂ ਕੀਤਾ ਕੀ ਆ, ਦੋ ਚੀਜ਼ਾਂ ਕੀਤੀਆਂ। ਇੱਕ ਤਾਂ ਮੈਦਾ ਛੋੜਾ ਕੀਤਾ ਜੀ, ਥੋੜਾ ਖਾ ਕੇ, ਜਿਵੇਂ 1.5 ਰੋਟੀ ਨਾਲ। ਹਾਂਜੀ। ਆਮ ਸਾਡੇ ਪੇਸ਼ੈਂਟ ਵੈਸੇ 2 ਰੋਟੀਆਂ ਖਾ ਲੈਂਦੇ ਆ। ਹਾਂਜੀ, ਮੇ ਵੀ ਤੁਸੀਂ ਥੋੜਾ ਘੱਟ ਖਾ ਰਹੇ ਹੋ, ਤੇ ਪੇਸ਼ੈਂਟ ਟੂ ਪੇਸ਼ੈਂਟ ਥੋੜਾ ਬਹੁਤ ਵੇਰੀ ਕਰਦਾ। ਜੀ। ਪਰ ਦਾਲ ਸਬਜ਼ੀ ਨਾਲ ਖਾ ਲੈਂਦੇ ਹੋਵੋਗੇ, ਦਹੀਂ ਵੀ ਖਾ ਲੈਂਦੇ ਹੋ? ਹਾਂਜੀ, ਦਹੀਂ ਦੀ ਅੱਧੀ ਕੌਲੀ, ਜਿਵੇਂ ਸਬਜ਼ੀ ਦੀ ਅੱਧੀ ਕੌਲੀ, ਜਿਵੇਂ ਠੀਕ ਸਾਰਾ ਹੈ। ਦਿਨ ਮੈਂ ਡਰਾਈ ਫੂਡ ਵਗੈਰਾ ਖਾਂਦੀ ਰਹਿੰਦੀ ਹਾਂ ਹਾਂ। ਹਾਂ। ਦੁੱਧ ਦਾ ਗਲਾਸ ਲੈ ਲਿਆ। ਸੋ ਇਹ ਜਿਹੜਾ ਆਪਰੇਸ਼ਨ ਹੈ ਨਾ ਮਿਨੀ ਗੈਸਟ੍ਰਿਕ ਬਾਈਪਾਸ, ਇਹ 'ਚ ਖਾਸੀਅਤ ਇਹ ਹੈ ਕਿ ਅਸੀਂ ਬਹੁਤ ਜ਼ਿਆਦਾ ਡਾਈਟ ਨਹੀਂ ਕਰਦੇ ਹਾਂਜੀ ਕਿ ਪੇਸ਼ੈਂਟ ਖਾਂਦਾ ਪੀਂਦਾ ਰਵੇ। ਜੀ। ਉਹਦਾ ਫਾਇਦਾ ਇਹ ਹੈ ਕਿ ਫਿਰ ਡੈਫੀਸ਼ੀਐਂਸੀ ਨਹੀਂ, ਕਮੀ ਨਹੀਂ ਹੁੰਦੀ ਕੋਈ ਕਮੀ ਚੀਜ਼। ਨਹੀਂ ਹੁੰਦੀ। ਕਿਉਂਕਿ ਹੁਣ ਦੇਖੋ ਤੁਸੀਂ ਭਾਰ ਤੁਹਾਡਾ 114 ਤੋਂ ਘਟ ਕੇ 66 ਕਿਲੋ ਤੇ ਆ ਗਿਆ। ਜੀ। ਸੋ ਤਕਰੀਬਨ ਇਹ 50 ਕਿਲੋ ਭਾਰ ਜਿਹੜਾ ਘਟਿਆ ਹੈ। ਹਾਂਜੀ 50 ਕਿਲੋ ਭਾਰ ਘਟਿਆ, ਇੱਕ ਬੰਦੇ ਚੋਂ ਇੱਕ ਬੰਦਾ ਨਿਕਲ ਗਿਆ, 66 ਕਿਲੋ ਹੋਏਗਾ। ਹਾਂਜੀ 66 ਕਿਲੋ ਦਾ। ਸੋ ਇਸ ਹਿਸਾਬ ਨਾਲ ਜੇ ਖੂਨ ਪਹਿਲਾਂ 12 ਗ੍ਰਾਮ ਸੀਗਾ, ਆਪਣਾ ਤਾਂ 6 ਗ੍ਰਾਮ ਤੇ ਆ ਜਾਣਾ ਚਾਹੀਦਾ ਸੀ। ਹਾਂ। ਹੁਣ ਰਿਪੋਰਟਾਂ ਤੁਹਾਡੇ ਟੈਸਟ ਲਾਸਟ ਟਾਈਮ ਕਰਾਏ ਆ, ਹਾਂਜੀ ਤੁਹਾਡਾ 11.6 ਮਤਲਬ ਉਹੀ 12 ਗ੍ਰਾਮ ਦੇ ਨੇੜੇ ਹੀ ਆ ਖੂਨ। ਹਾਂਜੀ ਬਸ। ਠੀਕ ਹੈ, ਕੈਲਸ਼ੀਅਮ ਵੀ ਤੁਹਾਡਾ ਨਾਰਮਲ ਆ, ਵਿਟਾਮਿਨ B12, ਆਇਰਨ ਸਾਰਾ ਕੁਝ ਨਾਰਮਲ ਆ। ਸੋ ਇਹ ਅਸੀਂ ਦੇਖਦੇ ਹਾਂ ਵੀ ਜੇ ਡਾਈਟ ਤੁਹਾਡੀ ਠੀਕ ਆ ਤਾਂ ਸਭ ਕੁਝ ਠੀਕ ਰਹਿੰਦਾ, ਫਿਰ ਕੋਈ ਡੈਫੀਸ਼ੀਐਂਸੀ ਨਹੀਂ। ਮੇਰਾ ਖਾਣਾ ਪੀਣਾ ਬਿਲਕੁਲ ਠੀਕ ਹੈ ਜੀ, ਮੈਨੂੰ ਖਾਣੇ ਪੀਣ ਦੀ ਕੋਈ ਪ੍ਰੋਬਲਮ ਨਹੀਂ। ਸੋ ਕੁਝ ਪੁਰਾਣੀਆਂ ਸਰਜਰੀਜ਼ ਦੇ ਮੁਕਾਬਲੇ ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਕੀ ਹੈ ਕਿ ਪਾਊਚ ਵੱਡਾ ਹੈ, ਤੁਸੀਂ ਖਾ ਪਾਉਂਦੇ ਹੋ, ਹਾਂਜੀ ਇਸ ਕਰਕੇ ਤੁਹਾਨੂੰ ਡੈਫੀਸ਼ੀਐਂਸੀ ਘੱਟ ਹੁੰਦੀ ਆ। ਹਾਂਜੀ। ਪਰ weight ਵੀ ਘਟਦਾ। weight ਕਿਉਂ ਘਟਦਾ? ਕਿਉਂਕਿ ਨਾਲ ਬਾਈਪਾਸ ਵੀ ਕੀਤਾ ਹੋਇਆ। ਬਾਈਪਾਸ। ਸੋ ਦੋਨੋਂ ਚੀਜ਼ਾਂ ਕੰਮ ਕਰ ਰਹੀਆਂ। ਜੀ। ਪਰ ਟਾਈਟ ਜ਼ਿਆਦਾ ਨਹੀਂ ਕੀਤਾ, ਪਰ ਦੋਨੇ ਭਾਰ ਘਟ ਰਿਹਾ ਕਿਉਂਕਿ ਬਾਈਪਾਸ ਹੈਗਾ। ਪਹਿਲਾਂ ਖੁਰਾਕ ਤੁਹਾਨੂੰ ਲੱਗਦੀ ਹੀ ਜ਼ਿਆਦਾ ਸੀ, ਪਾਣੀ ਵੀ ਲੱਗਦਾ ਸੀਗਾ। ਹੁਣ ਤੁਸੀਂ ਮੋਡਰੇਟ ਅਮਾਉਂਟ ਖਾਂਦੇ ਹੋ ਖੁਰਾਕ ਦਾ, ਦਰਮਿਆਨੀ ਜੀ ਖੁਰਾਕ ਖਾਂਦੇ ਹੋ, ਪਰ ਤੁਹਾਨੂੰ ਹੁਣ ਖੁਰਾਕ ਲੱਗਦੀ ਵੀ ਘੱਟ ਹੈ। ਤੇ ਇਹਦੇ ਥੋੜਾ ਧਿਆਨ ਵੀ ਰੱਖਣਾ ਪੈਂਦਾ ਵੀ ਕਿਸੇ ਚੀਜ਼ ਦੀ ਕਮੀ ਨਾ ਹੋ ਜਾਏ। ਜੀ। ਤੁਸੀਂ ਦੁੱਧ ਜ਼ਿਆਦਾ ਪੀਆ ਕਰੋ, 3-4 ਵਾਰੀ ਦੁੱਧ ਪੀਓ। ਚਿਕਨ ਵੀ ਖਾ ਲੈਂਦੇ ਤੁਸੀਂ? ਚਿਕਨ ਮੈਂ ਲੈ ਲੈਂਦੀ ਹਾਂ। ਹਾਂਜੀ, ਚਿਕਨ ਖਾ ਲਿਆ ਹੋਰ ਵੀ ਵਧੀਆ। ਫਿਰ ਹਫਤੇ ਚਾਹੇ 4-5 ਵਾਰੀ ਖਾ ਲਓ ਚਿਕਨ, ਕੋਈ ਪ੍ਰੋਬਲਮ ਨਹੀਂ। ਥੋੜਾ ਜਿਹਾ ਖਾਣਾ, 2-4 ਪੀਸ ਖਾ ਕੇ 2-4 ਪੀਸ ਪੇਟ ਭਰ ਜਾਂਦਾ ਜੀ। ਥੋੜਾ ਖਾਣਾ ਪਰ ਚੰਗਾ ਖਾਣਾ, ਮੇਨ ਫਾਰਮੂਲਾ ਤਾਂ ਇਹੀ ਹੈ। ਬਾਕੀ ਡੇਲੀ ਐਕਸਰਸਾਈਜ਼ ਜ਼ਰੂਰੀ ਆ, ਕੋਈ ਨਾ ਕੋਈ, ਜਿਵੇਂ ਸਾਈਕਲ ਰੱਖ ਲਓ ਬੈਡਰੂਮ 'ਚ 10 ਮਿੰਟ, ਜੇ ਰੱਬ ਦਾ ਨਾਮ ਲੈਣਾ ਨਾ, ਇਦਾਂ ਬਸ ਸਾਈਕਲ ਤੇ 10 ਮਿੰਟ ਪੈਡਲ ਮਾਰਨੇ। ਪੱਕਾ ਸ਼ਡਿਊਲ ਬਣਾ ਲਓ, ਕਿਉਂਕਿ ਹਜੇ ਤਾਂ ਇਹ 1.5 ਸਾਲ ਹੋਇਆ, ਇਹ 10 ਸਾਲ ਵੀ ਹੋਣੇ ਆ। ਠੀਕ ਹੈ, ਹੌਲੀ ਹੌਲੀ weight ਵਧਣ ਨਾ ਲੱਗ ਜੇ, ਕਿਉਂਕਿ ਬਾਡੀ ਦਾ ਜਿਹੜਾ ਕੰਪਿਊਟਰ ਹੈ ਇਹ ਪਰਮਾਤਮਾ ਦਾ ਬਣਾਇਆ ਹੋਇਆ, ਇਹ ਸਾਰੀਆਂ ਚੀਜ਼ਾਂ ਨੂੰ ਸਮਝਦਾ, ਬੜਾ ਇੰਟੈਲੀਜੈਂਟ ਸਿਸਟਮ ਹੈ। ਇਹਨੇ ਹੁਣ ਦੇਖਣਾ ਭਾਰ ਘਟ ਗਿਆ, ਇਹਨੇ ਕਹਿਣਾ ਕਿਉਂ ਘਟ ਗਿਆ, ਥੋੜਾ ਥੋੜਾ ਇਹਨੇ 5-4 ਕਿਲੋ ਭਾਰ ਤਾਂ ਵਧਾ ਹੀ ਦੇਣਾ। ਠੀਕ ਹੈ, ਇਹ ਪਹਿਲਾਂ ਇਦਾਂ ਆਉਂਦਾ, ਫਿਰ ਥੋੜਾ ਜਿਹਾ ਤਾਂ ਵੱਧਦਾ ਹੀ। ਉਸ ਤੋਂ ਬਾਅਦ ਆਪਾਂ ਨੇ ਧਿਆਨ ਰੱਖਣਾ ਪੈਂਦਾ। ਜਿਵੇਂ ਆਪਾਂ ਕਹਿੰਦੇ ਵੀ ਆਪਾਂ ਨਵੀਂ ਕਾਰ ਜਿਹੜੀ ਮਰਜ਼ੀ ਲਾ ਲਓ, ਉਹਦੀ ਸਰਵਿਸਿੰਗ ਦੀ ਲੋੜ ਪੈਂਦੀ ਹੈ, ਐਵੇਂ ਇਹ ਆਪਰੇਸ਼ਨ ਵੀ ਸਰਵਿਸਿੰਗ ਮੰਗਦਾ। ਥੋੜਾ ਥੋੜਾ ਧਿਆਨ ਕਿ ਮਿੱਠੀਆਂ ਚੀਜ਼ਾਂ ਬਿਲਕੁਲ ਹੀ ਨਾ ਖਾਓ, ਤੇ ਬਾਕੀ ਫालतू ਖਾਣ ਦੀ ਕੋਸ਼ਿਸ਼ ਨਾ ਕਰੋ। ਇਹਨੇ ਵੀ 1.5 ਰੋਟੀ ਖਾ ਲਈ, ਹੋਰ ਲਾਲਚ ਕਰੋਗੇ, 1 ਰੋਟੀ ਖਾ ਕੇ ਦੇਖੋਗੇ, ਤੰਗ ਹੋਵੋਗੇ, ਫਿਰ ਮੈਦਾ ਫੈਲੂਗਾ। ਮੈਦੇ ਨੂੰ ਫੈਲਣ ਨਹੀਂ ਦੇਣਾ।
ਇਹ ਆਪਰੇਸ਼ਨ ਸਾਡੇ ਵੱਲੋਂ ਇੱਕ ਤਰ੍ਹਾਂ ਦਾ ਗਿਫਟ ਆ, ਇਹਨੂੰ ਤੁਸੀਂ ਸੰਭਾਲ ਕੇ ਰੱਖਣਾ। ਬਿਲਕੁਲ ਸੰਭਾਲ ਕੇ ਰੱਖੋਗੇ ਤਾਂ ਫਿਰ ਇਹ ਨਵਾਂ ਹੀ ਰਹੂਗਾ। ਨਵੇਂ 10 ਸਾਲ ਬਾਅਦ ਵੀ ਤੁਹਾਡਾ weight ਐਵੇਂ ਹੀ ਹੋਊਗਾ, ਹਾਂਜੀ। ਕਦੇ 70 ਤੇ ਹੋ ਗਿਆ, ਕਦੇ ਘਟ ਗਿਆ। ਜੇ ਹੁਣ ਧਿਆਨ ਨਾ ਰੱਖੀਏ, ਸਾਰਾ ਦਿਨ ਤੁਸੀਂ 10 ਵਾਰੀ ਚਾਹ ਪੀਓਗੇ ਮਿੱਠਾ ਪਾ ਕੇ, ਹੌਲੀ ਹੌਲੀ ਵਧੀ ਜਾਊਗਾ। ਜੇ ਤੁਸੀਂ ਸਾਲ 'ਚ 4 ਕਿਲੋ ਵੀ ਵਧਿਆ, 5-7 ਸਾਲਾਂ 'ਚ ਫਿਰ ਗੱਲ ਉੱਥੇ ਆ ਫਿਰ ਜਾਊਗੀ। ਉੱਥੇ ਆ ਜਾਂਦੀ। ਫਿਰ ਤੁਸੀਂ ਫਿਰ ਕੋਈ ਹੱਲ ਵੀ ਨਹੀਂ ਆਜੋਗੇ, ਕਰਨਾ। ਹੱਲ ਤਾਂ ਹੈਗਾ, ਫਿਰ ਅਸੀਂ ਫਿਰ ਕਰ ਦਾਂਗੇ। ਪਰ ਉਹਦਾ ਫਾਇਦਾ ਇਹ ਚੰਗੀ ਗੱਲ ਨਹੀਂ ਨਾ। ਅਸੀਂ ਮਿਨੀ ਗੈਸਟ੍ਰਿਕ ਬਾਈਪਾਸ ਦੇ ਵਿੱਚ ਕੀ ਆ, ਇਹਨਾਂ ਨੂੰ ਉਹ ਪਿਕਚਰ ਦਿਖਾਣਾ, ਉਹਦੇ 'ਚ ਕੀ ਆ ਵੀ ਇਹਨੂੰ ਲੰਬਾਈ ਵਧਾ ਘਟਾ ਸਕਦੇ ਹਾਂ ਅਸੀਂ ਇਹਦੀ। ਜੇ ਹੁਣ ਬਾਈਪਾਸ ਅਸੀਂ ਕੀਤਾ ਹੋਇਆ ਨਾ ਤੁਹਾਡਾ 6 ਫੁੱਟ ਦਾ, ਹਾਂਜੀ। ਜੇ ਤੁਸੀਂ ਭਾਰ ਵਧਾ ਕੇ ਆ ਜਾਓਗੇ, ਅਸੀਂ ਇਹਨੂੰ ਫਿਰ ਕਰ ਸਕਦੇ ਹਾਂ ਬਾਈਪਾਸ ਦੀ ਲੰਬਾਈ ਵਧਾ ਕੇ 9 ਫੁੱਟ ਕਰ ਦਈਏ। 15 ਮਿੰਟ ਹੀ ਲੱਗਦੇ ਆ। ਐਡਜਸਟਮੈਂਟ ਦਾ ਹੋਏ ਤੇ ਇੱਕ ਰਾਤ ਰਹਿਣਾ ਪੈਂਦਾ, ਜੀ। ਬਟ ਵੀ ਡੋਂਟ ਰਿਕਮੈਂਡ ਦੈਟ। ਤੋ ਬਟ ਇਹ ਜਿਹੜਾ ਮਿਨੀ ਗੈਸਟ੍ਰਿਕ ਬਾਈਪਾਸ ਹੈ, ਇਹਦੀ ਵਧੀਆ ਗੱਲ ਇਹ ਹੈ ਕਿ ਇਹ ਰਿਵਾਈਜ਼ ਵੀ ਹੋ ਸਕਦਾ ਹੈ, ਇਹਨੂੰ ਖੋਲ ਵੀ ਸਕਦੇ ਹਾਂ। ਮਤਲਬ ਕਿਸੇ ਦਾ ਭਾਰ ਜ਼ਿਆਦਾ ਘਟ ਜੇ, ਫਿਰ ਅਸੀਂ ਇਹਨੂੰ ਚਾਹੇ ਆਪਰੇਸ਼ਨ ਪੂਰੇ ਦਾ ਪੂਰਾ ਖੋਲ ਵੀ ਸਕਦੇ ਹਾਂ। ਜਾਂ ਕੋਈ ਡੈਫੀਸ਼ੀਐਂਸੀ ਆ ਜੇ, ਕਈ ਪੇਸ਼ੈਂਟ ਆ ਉਹ ਖਾਂਦੇ ਨਹੀਂ ਹੈਗੇ ਪ੍ਰੋਪਰ, ਜਿਵੇਂ ਹੁਣ ਤੁਸੀਂ ਤਾਂ ਚਿਕਨ ਵੀ ਖਾ ਲੈਂਦੇ ਹੋ, ਦੁੱਧ ਵੀ ਪੀ ਲੈਂਦੇ ਹੋ, ਠੀਕ ਹੈ, ਡਾਈਟ ਤੁਹਾਡੀ ਠੀਕ ਹੈ। ਹੁਣ ਕਈ ਪੇਸ਼ੈਂਟ ਜੇ ਪਿਓਰ ਵੈਜੀਟੇਰੀਅਨ ਹੋਵੇ, ਭਾਰ ਉਹਨੇ 1.5 ਕੁਇੰਟਲ ਤੋਂ ਘਟਾ ਕੇ 60 ਤੇ ਲੈ ਆਂਦਾ, ਅੱਛਾ ਵੈਜੀਟੇਰੀਅਨ ਨੂੰ ਅਸੀਂ ਕੀ ਕਹਿੰਦੇ ਵੀ ਤੁਸੀਂ ਦੁੱਧ ਜ਼ਿਆਦਾ ਪੀਣਾ, ਉਹਨਾਂ ਨੂੰ ਅਸੀਂ ਕਹਿੰਦੇ ਵੀ 2 ਕਿਲੋ ਦੁੱਧ ਪੀ ਲਓ ਦਿਹਾੜੀ 'ਚ, ਫਿਰ ਨਹੀਂ ਹੁੰਦੀ ਡੈਫੀਸ਼ੀਐਂਸੀ। ਪਰ ਜੇ ਹੁਣ ਕਈ ਪੇਸ਼ੈਂਟ ਕਹਿੰਦੇ ਜੀ ਦੁੱਧ ਸਾਨੂੰ ਚੰਗਾ ਨਹੀਂ ਲੱਗਦਾ, ਦਹੀਂ ਖਾਣ ਨੂੰ ਦਿਲ ਨਹੀਂ ਕਰਦਾ, ਠੀਕ ਹੈ, ਸਿਰਫ ਦਾਲ ਨਾਲ ਫੁਲਕਾ ਖਾਣਾ, ਭਾਰ ਘਟਾ ਲਿਆ 50 ਕਿਲੋ, ਫਿਰ ਤੁਹਾਡਾ ਖੂਨ ਘਟੂਗਾ ਹੀ ਘਟੂਗਾ। ਸੋ ਇਹ ਖੁਰਾਕ ਨਾਲ ਸੰਬੰਧਿਤ ਆ ਸਾਰੀ ਚੀਜ਼ਾਂ। ਜੇ ਪ੍ਰੋਬਲਮ ਆ ਜੇ, ਮਿਨੀ ਗੈਸਟ੍ਰਿਕ ਬਾਈਪਾਸ ਤੁਸੀਂ ਖੋਲ ਸਕਦੇ ਹਾਂ। ਸੋ ਇਹ ਇਹਦੀ ਗੁੱਡ ਥਿੰਗ ਹੈ ਕਿ ਈਜ਼ੀਲੀ ਰਿਵਰਸਿਬਲ ਆ, ਠੀਕ ਹੈ। ਕਈ ਪੇਸ਼ੈਂਟ ਹੁਣ ਕਈ ਯੰਗ ਲੜਕੀਆਂ ਹੁੰਦੀਆਂ ਨੇ, ਉਹ 30-35 ਚਾਕਲੇਟ ਖਾਂਦੀਆਂ ਇੱਕ ਦਿਨ 'ਚ। ਹੁਣ ਜੇ 30-35 ਚਾਕਲੇਟ ਤੁਸੀਂ ਖਾਣੇ ਆ, ਫਿਰ ਭਾਰ ਫਿਰ ਵਧਣ ਲੱਗ ਜਾਊਗਾ, ਕਿਉਂਕਿ ਆਪਾਂ ਮੈਦਾ ਛੋਟਾ ਕਰ ਸਕਦੇ ਹਾਂ, ਮੈਦੇ ਨੂੰ ਬੰਦ ਨਹੀਂ ਕਰ ਸਕਦੇ। ਇਸ ਕਰਕੇ ਖੁਰਾਕ ਦੀ ਆਪਾਂ ਨੂੰ ਲੋੜ ਵੀ ਆ। ਸੋ ਇੱਕ ਤਰ੍ਹਾਂ ਦਾ ਬੈਲੈਂਸ ਜਿਹਾ ਰੱਖਣਾ ਪੈਂਦਾ। ਮੇਰਾ ਬਸ ਆਪਰੇਸ਼ਨ ਨਾਲ ਜਿੰਨਾ ਮੇਰੇ ਸੰਬੰਧਿਤ ਗੱਲਾਂ, ਮੈਂ ਬਿਲਕੁਲ ਠੀਕ ਹੈ, ਉਹ ਮੈਨੂੰ ਕੋਈ ਨਹੀਂ, ਮੇਰੀ ਪੂਰੀ ਬੋਡੀ ਠੀਕ ਹੈ, ਮੇਰੇ ਕੋਈ ਮਾਸ ਨਹੀਂ ਲੱਗ ਗਿਆ, ਮੇਰਾ ਕੋਈ ਪੇਟ ਨਹੀਂ ਮਤਲਬ ਟੁੱਟਿਆ, ਮੇਰਾ ਕੋਈ ਬਾਜੂ ਨਹੀਂ ਲੱਗਣ ਲੱਗ। ਬਸ ਸਿਰਫ ਮੈਨੂੰ ਇੱਕੋ ਹੀ ਹੈ ਵੀ ਜਿਹੜੇ ਮੇਰੇ ਥੋੜਾ ਜਿਹਾ ਹੱਡਾਂ ਦਾ, ਕਿਉਂ ਮੇਰੇ ਪਹਿਲਾਂ ਬਹੁਤ ਜ਼ਿਆਦਾ ਮੋਟਾਪਾ ਕਰਕੇ ਆਹ ਜਿਹੜੇ ਗੋਡੇ ਸੀ ਦਰਦ ਕਰ ਦਿੰਦੇ ਸੀ, ਜੇ ਹੁੰਦੀ ਗੋਲੀ ਲਾਈ ਹੈ, ਗੋਲੀ ਦਾ ਮੈਨੂੰ ਕਾਫੀ ਰਿਲੈਕਸ ਹੈ। ਜਿੱਦਾਂ ਮੈਂ ਹੁਣ ਖਮਾਨੀਆਂ ਖਾਣੀਆਂ ਸ਼ੁਰੂ ਕਰਦਾ, ਡਰਾਈ ਫੂਡ ਉਹ ਖਾਣਾ, ਉਹਦੇ ਨਾਲ ਬਿਲਕੁਲ ਮੇਰਾ ਨਹੀਂ, ਉਹ ਠੀਕ ਆ। ਇੱਕ ਐਕਸਰਸਾਈਜ਼ ਦੇ ਨਾਲ ਜਿਹੜੇ ਬੋਨਸ ਨੇ, ਜੇ ਹੁਣ ਆਪਾਂ ਕੈਲਸ਼ੀਅਮ ਦੀਆਂ ਗੋਲੀਆਂ ਖਾਈ ਜਾਂਦੇ ਹਾਂ, ਕੱਲਾ ਗੋਲੀਆਂ ਖਾਣ ਨਾਲ ਕੈਲਸ਼ੀਅਮ ਨੇ ਹੱਡੀ ਤੱਕ ਨਹੀਂ ਪਹੁੰਚਣਾ। ਉਹਦੀ ਰਿਪੋਰਟ ਨਾਰਮਲ ਆ ਜਾਊਗੀ, ਖੂਨ 'ਚ ਪਹੁੰਚ ਜਾਊਗਾ, ਪਰ ਹੱਡੀ ਤੱਕ ਉਹਨੇ ਪਹੁੰਚਣਾ ਜੇ ਹੱਡੀ ਤੇ ਜ਼ੋਰ ਲੱਗੂਗਾ, ਤਾਂ ਹੀ ਹੱਡੀ ਨੇ ਕੈਲਸ਼ੀਅਮ ਨੂੰ ਬਲੱਡ 'ਚੋਂ ਖਿੱਚਣਾ। ਇਹ ਪਰਮਾਤਮਾ ਦਾ ਬਣਾਇਆ ਹੋਇਆ ਸਿਸਟਮ ਆ, ਇਹ ਬਹੁਤ ਇੰਟੈਲੀਜੈਂਟ ਸਿਸਟਮ ਆ। ਜੇ ਚਾਹੇ ਗੋਲੀਆਂ 4 ਖਾ ਲਓ, ਉਹ ਥੋੜੀ ਵੇਸਟ ਜਾਣਗੀਆਂ, ਤੇ ਬਲੱਡ 'ਚ ਕੈਲਸ਼ੀਅਮ ਵੱਧ ਜਾਊਗਾ, ਉਹਦਾ ਕੋਈ ਫਾਇਦਾ ਨਹੀਂ ਆਪਾਂ ਨੂੰ। ਜੇ ਹੱਡੀ 'ਚ ਜਾਣਾ ਚਾਹੀਦਾ, ਹੱਡੀ ਜਾਣ ਲਈ ਇੱਕ ਤਾਂ ਧੁੱਪ ਸੇਕਣੀ ਜ਼ਰੂਰੀ ਹੈ, ਵਿਟਾਮਿਨ ਡੀ ਉੱਥੋਂ ਮਿਲਦਾ ਸਿੱਧਾ। ਹਾਂਜੀ, ਮੈਂ ਤਾਂ ਬਹੁਤ ਸਹੀ ਹਾਂ। ਦੂਸਰਾ ਹੈਗਾ ਜਿਹੜਾ ਕੈਲਸ਼ੀਅਮ ਆ, ਬੈਸਟ ਹੈਗਾ ਦਹੀਂ 'ਚ, ਯੋਗਰਟ ਜਾਂ ਦਹੀਂ। ਇਹ ਦਿਨ 'ਚ 3 ਵਾਰੀ ਦਹੀਂ, ਜਦੋਂ ਵੀ ਸਵੇਰੇ ਜੇ ਪਰੌਂਠਾ ਖਾਂਦੇ ਵੀ, ਉਹ ਨਾਲ ਦਹੀਂ ਜ਼ਰੂਰ ਖਾਣਾ, ਦੁਪਹਿਰੇ ਵੀ, ਰਾਤ ਨੂੰ ਵੀ, ਦੁੱਧ ਵੀ 2-3 ਵਾਰੀ, ਫਿਰ ਤੁਹਾਡਾ ਕੈਲਸ਼ੀਅਮ ਜਿਹੜਾ ਪੂਰਾ ਰਹਿਣਾ। ਗੋਲੀ ਸਿਰਫ ਇੱਕ ਲੈਣੀ ਹੈ ਵਿਟਾਮਿਨ, ਉਹ ਅਸੀਂ ਦਿੰਦੇ ਆ ਵੀ ਚਲੋ ਫਿਰ ਵੀ ਇੱਕ ਤਰ੍ਹਾਂ ਦਾ ਐਡੀਸ਼ਨਲ ਸਪੋਰਟ ਹੋ ਜਾਂਦੀ ਹੈ, ਬਟ ਕੱਲੀ ਗੋਲੀ ਨੇ ਕੁਝ ਨਹੀਂ ਕਰਨਾ, ਡਾਈਟ ਵਧੀਆ ਚਾਹੀਦੀ ਹੈ।